ਤੁਸੀਂ ਨਾਰੇ ਲਾ ਰਹੇ ਹੋ ਵੀ ਕਤਲ ਹੋਇਆ, ਕਿਉਂ ਤੁਹਾਨੂੰ ਲੱਗਦਾ, ਤੁਹਾਡੇ ਮਨ 'ਚ ਕਿਉਂ ਆ ਇਹ ਰੋਸ ਮਾਰਚ ਕਾਹਦੀ? ਐਕਸੀਡੈਂਟ ਨਹੀਂ ਹੋਇਆ ਜੀ, ਇਹ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਹੋਇਆ। ਇਹ ਪੰਜਾਬੀਆਂ ਦੀ ਕੌਮ ਦਾ ਜਿਹੜਾ ਤਕਦੀਰ ਆ ਪੰਜਾਬੀਆਂ ਦੀ, ਇਹ ਪੰਜਾਬੀਆਂ ਦੀ ਤਕਦੀਰ ਦਾ ਐਕਸੀਡੈਂਟ ਹੋਇਆ। ਆਪਦੀ ਬੜੀ ਸੋਹਣੀ ਜ਼ਿੰਦਗੀ ਜਿਉਂਦਾ ਸੀ, ਕਰੋੜਾਂ ਰੁਪਏ ਕਮਾਉਂਦਾ ਸੀ, ਪਰ ਕਿਤੇ ਨਾ ਕਿਤੇ ਉਹ ਬੰਦਾ ਇਮੋਸ਼ਨਲ ਸੀ। ਕਿਸੇ ਅਣਖੀ ਮਾਂ ਦੀ ਛਾਤੀ ਦਾ ਦੁੱਧ ਚੁੰਘਿਆ ਸੀ ਉਸ ਸੂਰਮੇ ਨੇ। ਇਹਨਾਂ ਦੀ ਕੀ ਯੋਜਨਾਬੰਦੀ ਸੀ? ਇਹਨਾਂ ਨੇ ਐਡੀ ਵੱਡੀ ਕਾਲ ਦਿੱਤੀ, ਕਾਲ ਵੀ ਜਥੇਬੰਦੀਆਂ ਦੇ ਆਗੂਆਂ ਨੇ ਦਿੱਤੀ ਸੀ ਵੀ ਜੇ ਕਾਲੇ ਕਾਨੂੰਨ ਰੱਦ ਨਾ ਹੋਏ ਤਾਂ ਅਸੀਂ ਜਿਹੜਾ ਹੈਗਾ ਝੰਡਾ ਚੜਾਵਾਂਗੇ ਲਾਲ ਕਿਲੇ ਤੇ। ਉਦੋਂ ਬਾਅਦ ਇਹਨਾਂ ਨੇ ਯੂ ਟਰਨ ਮਾਰਿਆ, ਬਲੇਮ ਕੀਤਾ ਸਾਡੇ ਵੀਰ ਦੀਪ ਨੂੰ। ਦੀਪ ਵੀਰ ਨੇ ਵੀ ਬਾਰ-ਬਾਰ ਬੇਨਤੀਆਂ ਕੀਤੀਆਂ ਵੀ ਅੱਜ ਏਕੇ ਦੀ ਲੋੜ ਆ, ਏਕੇ ਦੀ ਲੋੜ ਆ, ਪਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਜਥੇਬੰਦੀਆਂ ਦੇ ਆਗੂਆਂ ਕੋਲ ਇਹੋ ਜਿਹਾ ਕਿਹੜਾ ਫਾਰਮੂਲਾ ਜਿਹੜਾ ਬਿਨਾਂ ਏਕੇ ਕੀਤੇ ਪੰਜਾਬ ਨੂੰ ਬਦਲ ਦੇਣਗੇ। ਜਦੋਂ ਮੈਨੂੰ ਪਤਾ ਲੱਗਿਆ ਸੂਰਮਾ ਮਰਵਾ ਦਿੱਤਾ ਗਿਆ ਤਾਂ ਮੈਨੂੰ ਲੱਗਿਆ ਵੀ ਜਿਹੜੀ ਉਹਦੀ ਆਖਰੀ ਇੱਛਾ ਸੀ, ਉਹਦੀ ਇੱਛਾ ਪੂਰੀ ਕਰਨ ਲਈ ਮੈਂ ਵੋਟ ਪਾ ਕੇ ਆਇਆ ਤੇ ਲੋਕਾਂ ਨੂੰ ਬੇਨਤੀ ਵੀ ਕੀਤੀ। ਤੁਸੀਂ ਜਿਹੜਾ ਹੁਣ ਇਹ ਪੀੜਾ ਚੁੱਕ ਰਹੇ ਹੋ ਸਾਰੇ ਨੌਜਵਾਨ ਆ, ਇਹ ਇਕੱਲਾ ਆ ਮਾਰਚ ਕਰਕੇ ਖਤਮ ਕਰ ਦਿਓਗੇ ਕਿ ਅੱਗੇ ਵੀ ਸੋਚ ਦੇ ਨਾਲ ਖੜੇ ਰਹੋਗੇ? ਕਿਤੇ ਇਹ ਤਾਂ ਨਹੀਂ ਹੁੰਦਾ ਮੁੜ ਕੇ ਠੋਡੇ ਵੀ ਉਹੀ ਝੰਡੇ ਲਹਿਰਾਉਣ? ਜੋ ਦੀਪ ਸਿੱਧੂ ਦੀ ਸੋਚ ਸੀ ਉਹੀ ਸੋਚ ਭਗਤ ਸਿੰਘ ਦੀ ਸੀ, ਉਹੀ ਸੋਚ ਬਾਬਾ ਬੰਦਾ ਸਿੰਘ ਬਹਾਦਰ ਦੀ ਸੀ, ਉਹੀ ਸੋਚ ਹਰੀ ਸਿੰਘ ਨਲੂਆ ਦੀ ਸੀ। ਸੋ ਇਸ ਕਰਕੇ ਇਹ ਸੋਚ ਦੇ ਨਾਲੋਂ ਟੁੱਟਣਾ ਪਾਪ ਹੋਊਗਾ। ਤੁਸੀਂ ਜੁੜ ਚੁੱਕੇ ਹੋ D5 ਚੈਨਲ ਪੰਜਾਬੀ ਦੇ ਨਾਲ ਤੇ ਮੈਂ ਹਾਂ ਚਮਕੌਰ ਸਿੰਘ ਲੋਪੋ। ਦਰਸ਼ਕੋ, ਤੁਹਾਨੂੰ ਪਤਾ ਹੈ ਕਿ ਚੋਣਾਂ ਲੰਘ ਕੇ ਗਈਆਂ। ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਜਿੱਥੇ ਜ਼ੋਰ ਲਾਇਆ ਹੋਇਆ ਸੀ, ਪਰ ਇੱਕ ਅਜਿਹੀ ਦੁਖਦਾਈ ਘਟਨਾ ਵਾਪਰੀ ਚੋਣਾਂ ਦੌਰਾਨ ਜਿਹੜੀ ਪੰਜਾਬੀਆਂ ਨੂੰ ਕਦੇ ਨਹੀਂ ਭੁੱਲਣੀ ਤੇ ਜਿਹਦਾ ਵੱਡਾ ਘਾਟਾ ਪਿਆ। ਇੱਕ ਪੰਜਾਬੀਆਂ ਦਾ ਅਨਮੋਲ ਹੀਰਾ ਸੀ ਦੀਪ ਸਿੱਧੂ, ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਸੜਕ ਹਾਦਸਾ ਹੋਇਆ, ਪਰ ਲੋਕ ਨਹੀਂ ਮੰਨ ਰਹੇ। ਉਹ ਕਹਿੰਦੇ ਸੜਕ ਹਾਦਸਾ ਨਹੀਂ ਹੋਇਆ, ਕਤਲ ਹੋਇਆ। ਉਹਨੂੰ ਲੈ ਕੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਲਗਾਤਾਰ ਕੈਂਡਲ ਮਾਰਚ, ਰੋਸ ਮਾਰਚ ਹੋ ਰਹੇ ਨੇ। ਕੱਲ੍ਹ ਨੂੰ ਉਹਨਾਂ ਦਾ ਭੋਗ ਵੀ ਆ। ਪਰ ਦੇਖਿਆ ਜਾਵੇ ਚੋਣਾਂ ਦੇ ਵਿੱਚ ਵੀ ਲੋਕਾਂ ਨੇ ਬਹੁਤ ਗੁੱਸਾ ਜ਼ਾਹਰ ਕਰਤਾ। ਜਦੋਂ 19 ਦੀ ਸ਼ਾਮ ਸੀ ਤੇ ਮੇਨ ਜਿਹੜਾ ਮੁਕਾਬਲਾ ਸੀ ਪੰਜਾਬ ਦੇ ਵਿੱਚ ਉਹ ਝਾੜੂ, ਅਕਾਲੀ ਤੇ ਕਾਂਗਰਸ ਦਾ ਸੀ। ਪਰ ਜਦੋਂ ਸਵੇਰ ਉੱਠ ਕੇ ਦੇਖਦੇ ਆ ਲੋਕ, ਛੋਟੇ-ਛੋਟੇ ਬੱਚੇ, ਨੌਜਵਾਨ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਅਜਿਹੀਆਂ ਪੋਸਟਾਂ ਪਾਈਆਂ, ਇੱਕਦਮ ਪੋਲਿੰਗ ਬੂਥ ਤੇ ਬੈਨਰ ਹੱਥਾਂ ਦੇ ਵਿੱਚ ਲੈ ਕੇ ਖੜ ਗਏ। ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਲੰਬਾ ਸਮੇਂ ਤੋਂ ਸਿੱਖੀ ਲਈ ਖੜੇ ਨੇ, ਕਦੇ ਆਪਣੀ ਪਾਰਟੀ ਨਹੀਂ ਬਦਲੀ, ਦਲ ਬਦਲੂ ਨਹੀਂ ਬਣੇ। ਉਹਨਾਂ ਦਾ ਪੁਰਾਣਾ ਯੋਧਾ ਇੱਥੋਂ ਖੜਾ ਸੀ, ਟਰੱਕ ਵਾਲਾ ਭਾਈ ਜਿਹਨੂੰ ਕਹਿੰਦੇ ਸੀ। ਲੋਕਾਂ ਨੇ ਜਾ ਕੇ ਇੱਕਦਮ ਪਾਸਾ ਪੱਟਤਾ, ਜਿਹਦੇ ਨਾਲ ਵੱਡਾ ਘਾਟਾ ਵੀ ਪਊਗਾ ਪਾਰਟੀਆਂ ਨੂੰ। ਸੋ ਇਸ ਲਈ ਜਿਹੜਾ ਹੈਗਾ, ਜਿਨ੍ਹਾਂ ਦਾ ਪਹਿਲਾਂ ਕੋਈ ਪਤਾ ਨਹੀਂ ਸੀ, ਕਿਉਂਕਿ ਜੇ ਦੇਖੀਏ ਇੱਥੇ ਪਾਰਟੀਆਂ ਨੇ ਚੋਣ ਜਲਸੇ ਕੀਤੇ, ਕੋਈ ਮੁੱਖ ਮੰਤਰੀ ਆਉਂਦਾ, ਕੋਈ ਸਾਬਕਾ ਮੁੱਖ ਮੰਤਰੀ ਆਉਂਦਾ, ਕੋਈ ਦਿੱਲੀ ਤੋਂ ਟੀਮਾਂ ਆਉਂਦੀਆਂ, ਪਰ ਇੱਥੇ ਹਲਕੇ ਦੇ ਵਿੱਚ ਨਾ ਕੋਈ ਝੰਡਾ ਸੀ, ਨਾ ਕੋਈ ਨਾਅਰਾ ਸੀ। ਇੱਕਦਮ ਬਲਦੇਵ ਸਿੰਘ ਗਗੜੇ ਦੇ ਹੱਕ ਦੇ ਵਿੱਚ ਲੋਕ ਭੁਗਤਣ ਲੱਗ ਗਏ। ਜੇ ਲੋਕੀ ਕਹਿੰਦੇ ਇੱਕ ਦਿਨ ਪਹਿਲਾਂ ਹਵਾ ਬਣ ਜਾਂਦੀ ਤਾਂ ਹੋ ਸਕਦਾ ਤਖਤ ਹੀ ਪਲਟੇ ਜਾਣੇ ਸੀ। ਸੋ ਆਪਾਂ ਗੱਲਬਾਤ ਕਰਦੇ ਹਾਂ। ਕੇਰਾ ਮੈਂ ਕੈਮਰਾਮੈਨ ਨੂੰ ਕਹੂੰ ਦਿਖਾ ਦਿੱਤਾ ਜਾਵੇ ਪਿੰਡ ਦੇ ਵਿੱਚ ਅਸੀਂ ਖੜੇ। ਮੋਗੇ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਆ ਲੋਪੋ, ਜਿੱਥੇ ਗੁਰਦੁਆਰਾ ਪਾਤਸ਼ਾਹੀ ਛੇਵੇਂ ਪਾਤਸ਼ਾਹ ਦੇ ਗੁਰਦੁਆਰੇ ਤੋਂ ਇੱਥੋਂ ਮਾਰਚ ਸ਼ੁਰੂ ਹੋਇਆ ਸੀ। ਪਿੰਡ ਦੇ ਵਿੱਚ ਦੀ ਤੁਸੀਂ ਇਹਨਾਂ ਦਾ ਸੋਸ਼ਲ ਮੀਡੀਆ ਤੇ ਵੀ ਲਾਈਵ ਕੀਤਾ ਸੀ ਤੇ ਲੋਕ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਨਾਲ ਰੋਸ ਦੇ ਵਿੱਚ ਤੁਰੇ ਕਿ ਦੀਪ ਸਿੱਧੂ ਨੇ ਕਿਸਾਨੀ ਅੰਦੋਲਨ 'ਚ ਵੱਡੇ ਰੋਲ ਅਦਾ ਕੀਤੇ ਸੀ, ਜਿਨ੍ਹਾਂ ਨੇ ਨਾਅਰੇ ਲਾਏ ਸੀ, ਪਰ ਉਹਨਾਂ ਤੇ ਦੋਸ਼ ਵੀ ਲੱਗੇ ਸੀ। ਆਪਾਂ ਗੱਲਬਾਤ ਕਰਦੇ ਆ। ਵੀਰ ਜੀ, ਕੀ ਨਾਮ ਆਪਣਾ? ਪਹਿਲਾਂ ਤਾਂ ਤੁਹਾਡੇ D5 ਚੈਨਲ ਪੰਜਾਬੀ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਇਸ ਰੋਸ ਮਾਰਚ ਦੇ ਵਿੱਚ ਆ ਕੇ ਸਾਡਾ ਸਾਥ ਦਿੱਤਾ ਤੇ ਸਾਡੀ ਗੱਲ ਜਿਹੜੀ ਪੂਰੇ ਪੰਜਾਬ ਤੱਕ ਪਹੁੰਚਾਉਣ 'ਚ ਸਾਡੀ ਮਦਦ ਕੀਤੀ ਆ। ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਜੀ। ਜੇ ਗੱਲ ਕਰੀਏ ਇਸ ਦਾ ਅੱਜ, ਕਿਉਂਕਿ ਪਹਿਲਾਂ ਵੀ ਬਹੁਤ ਲੀਡਰ ਆ ਜਿਨ੍ਹਾਂ ਦੇ ਐਕਸੀਡੈਂਟ ਹੋਏ, ਭੋਗ ਪੈ ਗਏ, ਗੱਲ ਖਤਮ ਹੋ ਗਈ। ਦੀਪ ਸਿੱਧੂ ਇਹਨਾਂ ਦਾ ਵੀ ਕਹਿੰਦੇ ਦਿੱਲੀ ਤੋਂ ਆਉਂਦੇ ਸੀ, ਐਕਸੀਡੈਂਟ ਹੋ ਗਿਆ, ਕੋਈ ਕਹਿੰਦਾ ਗੱਡੀ ਵਾਲੀ ਤੇਜ਼ ਸੀ। ਤੁਸੀਂ ਨਾਅਰੇ ਲਾ ਰਹੇ ਹੋ ਵੀ ਕਤਲ ਹੋਇਆ, ਕਿਉਂ ਤੁਹਾਨੂੰ ਲੱਗਦਾ, ਤੁਹਾਡੇ ਮਨ 'ਚ ਕਿਉਂ ਆ ਇਹ ਰੋਸ ਮਾਰਚ ਕਾਹਦੇ ਲਈ? ਇਹ ਐਕਸੀਡੈਂਟ ਨਹੀਂ ਹੋਇਆ ਜੀ, ਇਹ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਹੋਇਆ। ਇਹ ਪੰਜਾਬੀਆਂ ਦੀ ਕੌਮ ਦਾ ਜਿਹੜਾ
ਤਕਦੀਰ ਆ ਪੰਜਾਬੀਆਂ ਦੀ, ਇਹ ਪੰਜਾਬੀਆਂ ਦੀ ਤਕਦੀਰ ਦਾ ਐਕਸੀਡੈਂਟ ਹੋਇਆ। ਪੰਜਾਬੀਆਂ ਦੀ ਤਕਦੀਰ ਦੇ ਮੱਥੇ ਤੇ ਸੱਟ ਵੱਜੀ ਆ ਤੇ ਜਿਹੜੀ ਚਿਖਾ ਦੇ ਵਿੱਚ ਪੰਜਾਬੀਆਂ ਦੀ ਤਕਦੀਰ ਸੜੀ ਆ। ਕਿਉਂਕਿ ਦੀਪ ਸਿੱਧੂ ਕੋਈ ਇੱਕ ਚਿਹਰਾ ਨਹੀਂ ਸੀ, ਇੱਕ ਸੋਚ ਸੀਗੀ। ਦੀਪ ਸਿੱਧੂ ਇੱਕ ਅਦਾਕਾਰ ਸੀ, ਪਿਛਲੇ ਲੰਮੇ ਸਮੇਂ ਤੋਂ ਬੰਬੇ ਦੇ ਵਿੱਚ ਰਹਿੰਦਾ ਸੀ, ਐਡਵੋਕੇਟ ਸੀਗਾ, ਇੰਗਲੈਂਡ ਤੋਂ ਪੜ੍ਹਿਆ ਸੀ, ਜਿਹੜਾ ਆਪਦੀ ਬੜੀ ਸੋਹਣੀ ਜ਼ਿੰਦਗੀ ਜਿਉਂਦਾ ਸੀ, ਕਰੋੜਾਂ ਰੁਪਏ ਕਮਾਉਂਦਾ ਸੀ। ਪਰ ਕਿਤੇ ਨਾ ਕਿਤੇ ਉਹ ਬੰਦਾ ਇਮੋਸ਼ਨਲ ਸੀ। ਕਿਸੇ ਅਣਖੀ ਮਾਂ ਦੀ ਛਾਤੀ ਦਾ ਦੁੱਧ ਚੁੰਘਿਆ ਸੀ ਉਸ ਸੂਰਮੇ ਨੇ। ਜਦੋਂ ਉਸ ਨੂੰ ਪਤਾ ਲੱਗਦਾ ਵੀ ਹਿੰਦੁਸਤਾਨ ਦੀ ਮੋਦੀ ਸਰਕਾਰ ਨੇ ਪੰਜਾਬ ਦੀਆਂ ਜ਼ਮੀਨਾਂ ਨੂੰ ਹੜੱਪਣ ਦੇ ਲਈ, ਸਿੱਖੀ ਨੂੰ ਖਤਮ ਕਰਨ ਦੇ ਲਈ, ਸਾਡੀ ਅਣਖ ਗੈਰਤ ਨੂੰ ਮਾਰਨ ਦੇ ਲਈ ਇੱਕ ਜਾਲ ਵਿਛਾਇਆ, ਤਾਂ ਉਸ ਨੂੰ ਲੱਗਿਆ ਵੀ ਅੱਜ ਮੇਰੀ ਪੜ੍ਹਾਈ, ਅੱਜ ਮੇਰਾ ਦਿਮਾਗ, ਅੱਜ ਮੇਰੀ ਜੁਰਤ ਦੀ ਲੋੜ ਪੰਜਾਬ ਦੀ ਧਰਤੀ ਨੂੰ ਆ। ਤੇ ਉਹ ਆਪਦੀ ਹੱਸਦੀ ਵਸਦੀ ਜ਼ਿੰਦਗੀ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਦੀ ਗੱਲ, ਆਨੰਦਪੁਰ ਦੇ ਮਤੇ ਦੀ ਗੱਲ ਕਰਨ ਲੱਗਾ। ਤੇ ਜਦੋਂ ਸਰਕਾਰਾਂ ਦੀਆਂ ਏਜੰਸੀਆਂ ਨੇ ਉਸ ਨੂੰ ਸਪੀਚ ਦਿੰਦੇ ਸੁਣਿਆ, ਤੇ ਸਰਕਾਰਾਂ ਇਹ ਬਹੁਤ, ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਅਵੇਅਰ ਹੁੰਦੀਆਂ, ਉਹਨਾਂ ਨੂੰ ਇਸ ਗੱਲ ਤੋਂ ਭਿਣਕ ਲੱਗ ਗਈ ਵੀ ਜਿਹੜਾ ਦੀਪ ਸਿੱਧੂ ਆ ਇਹ ਸਰਕਾਰਾਂ ਦੀ ਨਬਜ਼ ਨੂੰ ਸਮਝਦਾ ਤੇ ਬੜੇ ਸੌਖੇ ਤਰੀਕੇ ਦੇ ਨਾਲ ਸਾਫ਼ ਸ਼ਬਦਾਂ ਦੇ ਵਿੱਚ ਆਮ ਲੋਕਾਂ ਤੱਕ ਗੱਲ ਪਹੁੰਚਾਉਂਦਾ ਤੇ ਸਮਝਾਉਂਦਾ, ਤੇ ਲੋਕ ਉਸ ਦੀ ਗੱਲ ਨੂੰ ਸਮਝਦੇ ਵੀ ਆ, ਅਮਲ ਵੀ ਕਰਦੇ ਉਸ ਦੀ ਗੱਲ ਤੇ ਬਹੁਤ ਗਿਣਤੀ ਸਰਕਾਰਾਂ ਕੀ ਕਰਦੀਆਂ, ਪਹਿਲਾਂ ਏਜੰਸੀਆਂ ਦੇ ਵਿੱਚ ਬੰਦੇ ਹੁੰਦੇ ਆ ਇਹਨਾਂ ਦੀ ਜੀ, ਬਹੁਤ ਕੁਛ ਤੇ ਤੁਰਿਆ ਫਿਰਦਾ ਪੰਜਾਬ 'ਚ। ਪਹਿਲਾਂ ਜ਼ੋਰ ਲਵਾਇਆ ਉਹਨਾਂ ਨੇ ਦੀਪ ਸਿੱਧੂ ਨੂੰ ਸਾਡੇ ਆਪਣਿਆਂ ਤੋਂ ਬਦਨਾਮ ਕਰਾਉਣ ਦੇ ਲਈ, ਤੇ ਉਹਨਾਂ ਨੇ ਦੀਪ ਸਿੱਧੂ ਦੇ ਖਿਲਾਫ ਇੱਕ ਮੁਹਿੰਮ ਚਲਾਈ ਵੀ ਇਹ ਏਜੰਸੀਆਂ ਦਾ ਬੰਦਾ, ਇਹ ਪਲੈਂਡਡ ਬੰਦਾ ਗਾ, ਇਹ ਵਿਕਿਆ ਵਾ ਬੰਦਾ ਗਾ। ਪਰ ਜਦੋਂ ਉਹ ਆਪਦੇ ਇਸ ਮਕਸਦ ਦੇ ਵਿੱਚ ਕਾਮਯਾਬ ਨਾ ਹੋਏ, ਤਾਂ ਉਦੋਂ ਬਾਅਦ ਫਿਰ ਇਹ ਪੰਜਾਬੀਆਂ ਦੀ ਤਕਦੀਰ ਦਾ ਐਕਸੀਡੈਂਟ ਹੁੰਦਾ, ਜਿਹੜਾ ਕੱਲ ਨੂੰ 24 ਫਰਵਰੀ ਨੂੰ ਟੋਡਰਮਲ ਦੀ ਹਵੇਲੀ ਵਿਖੇ ਭੋਗ ਪਊਗਾ। ਸੋ ਪੰਜਾਬੀਆਂ ਦੀ ਤਕਦੀਰ ਦਾ ਐਕਸੀਡੈਂਟ ਹੋਇਆ ਜੀ। ਦੇਖੀਏ ਬੂਟੇ, ਤੁਸੀਂ ਕਿਵੇਂ ਮੰਨਦੇ ਹੋ ਵੀ ਇਹਨਾਂ ਨੇ ਕਿਸਾਨੀ ਅੰਦੋਲਨ ਚ ਆਉਂਦੇ ਆ, ਇੱਕਦਮ ਸਭ ਤੋਂ ਪਹਿਲਾਂ ਸੰਭੂ ਬਾਰਡਰ ਦੇ ਉੱਤੇ ਧਰਨਾ ਲਾਉਂਦੇ ਆ, ਉੱਥੇ ਸ਼ੁਰੂ ਕਰਦੇ, ਉੱਥੋਂ ਮੁਹਿੰਮ ਉੱਥੋਂ ਜਗਾਉਂਦੇ ਲੋਕਾਂ ਨੂੰ। ਪਰ ਤੁਸੀਂ ਵੀ ਦੇਖਿਆ ਹੋਣਾ 26 ਜਨਵਰੀ ਨੂੰ ਜਦੋਂ ਟਰੈਕਟਰ ਮਾਰਚ ਹੁੰਦਾ, ਝੰਡਾ ਚੜ੍ਹਦਾ, ਉੱਥੋਂ ਕੁਝ ਲੋਕਾਂ ਨੇ ਸਟੇਜ ਤੋਂ ਲੱਖੇ ਸਿਧਾਣੇ ਨੂੰ, ਦੀਪ ਸਿੱਧੂ ਨੂੰ ਗਦਾਰ ਵੀ ਕਿਹਾ ਸੀ। ਇੱਕ ਸ਼ਬਦ ਇਹੋ ਜਿਹਾ ਵੀ ਬੋਲਿਆ ਸੀ ਉਹ ਵੱਡੀ ਸਟੇਜ ਤੋਂ, ਜਿਹੜਾ ਇੱਥੇ ਆਪਾਂ ਨਹੀਂ ਲੈ ਸਕਦੇ ਲੋਕਾਂ ਦੇ ਵਿੱਚ। ਇਹੋ ਜਿਹੇ ਸ਼ਬਦਾਂ ਨਾਲ ਤੁਸੀਂ ਕਿਵੇਂ ਦੇਖਦੇ ਹੋ? ਮੈਂ ਜੀ ਜਦੋਂ 26 ਜਨਵਰੀ ਨੂੰ ਟਰੈਕਟਰ ਮਾਰਚ ਹੁੰਦਾ, ਤੇ ਮੈਂ ਜਿੰਨੇ ਵੀ ਜਥੇਬੰਦੀਆਂ ਦੇ ਉੱਥੇ ਆਗੂ ਆ, ਮੈਂ ਉਹਨਾਂ ਨੂੰ ਇਸ ਗੱਲ ਲਈ ਚੈਲੰਜ ਕਰਦਾ ਵੀ ਸ਼ਾਮ ਨੂੰ ਇੱਕ ਮੀਟਿੰਗ ਹੁੰਦੀ ਹੈ ਉਗਰਾਹਾਂ ਜਥੇਬੰਦੀ ਦੀ। ਮੀਟਿੰਗ ਦੇ ਵਿੱਚ ਜ਼ਿਲ੍ਹੇ ਦਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਉਸ ਟਾਈਮ ਪਹੁੰਚਦਾ ਜਦੋਂ ਮੀਟਿੰਗ ਖਤਮ ਹੋਣ ਦੇ ਵਿੱਚ ਸਿਰਫ 3 ਮਿੰਟ ਬਾਕੀ ਸੀ। ਇਹਨਾਂ ਦੀ ਕੀ ਯੋਜਨਾਬੰਦੀ ਸੀ? ਇਹਨਾਂ ਨੇ ਐਡੀ ਵੱਡੀ ਕਾਲ ਦਿੱਤੀ, ਕਾਲ ਵੀ ਜਥੇਬੰਦੀਆਂ ਦੇ ਆਗੂਆਂ ਨੇ ਦਿੱਤੀ ਸੀ ਵੀ ਜੇ ਕਾਲੇ ਕਾਨੂੰਨ ਰੱਦ ਨਾ ਹੋਏ ਤਾਂ ਅਸੀਂ ਜਿਹੜਾ ਹੈਗਾ ਝੰਡਾ ਚੜਾਵਾਂਗੇ ਲਾਲ ਕਿਲੇ ਤੇ। ਉਦੋਂ ਬਾਅਦ ਇਹਨਾਂ ਨੇ ਯੂ ਟਰਨ ਮਾਰਿਆ, ਬਲੇਮ ਕੀਤਾ ਸਾਡੇ ਵੀਰ ਦੀਪ ਨੂੰ। ਠੀਕ ਆ, ਇਹ ਨਹੀਂ ਵੀ ਆਪਾਂ ਜੇ ਕਿਸੇ ਜਥੇਬੰਦੀ ਦੇ ਨਾਲ ਜੁੜ ਗਏ ਤੇ ਅਸੀਂ ਕਿਸੇ ਛਤਰੀ ਦੇ ਕਬੂਤਰ ਬਣ ਗਏ। ਅਸੀਂ ਸਾਰੇ ਪੰਜਾਬੀ ਜਿੰਨੇ ਨੌਜਵਾਨ ਖੜੇ ਆ, ਇਹ ਬੋਲ ਮੈਂ ਰਿਹਾ, ਸ਼ਬਦ ਭਾਵਨਾ ਇਹਨਾਂ ਸਾਰਿਆਂ ਦੀਆਂ ਨੇ, ਇਹ ਸਾਰੇ ਇੰਨੀ ਕੁ ਸਮਝ ਰੱਖਦੇ ਆ ਵੀ ਕੌਣ ਸਹੀ ਆ ਤੇ ਕੌਣ ਗਲਤ ਆ। ਪਰ ਉਸ ਦਿਨ ਪੰਜਾਬ ਨੂੰ ਏਕੇ ਦੀ ਲੋੜ ਸੀ। ਲੋਕ ਖੜੇ ਦੇਖ ਰਹੇ ਸੀ ਵੀ ਹੋ ਕੀ ਰਿਹਾ। ਲੋਕ ਜਿਹੜਾ ਕੋਈ ਜਿੱਥੇ ਖੜਾ ਸੀ, ਲੋਕ ਉੱਥੇ ਜੁੜੇ ਰਹੇ ਬਈ ਆਪਾਂ ਜੇ ਆਪਸ ਵਿੱਚ ਪਾਟ ਗਏ ਤਾਂ ਆਪਣੀ ਜਿੱਤ ਨਹੀਂ ਹੋਣੀ। ਦੀਪ ਵੀਰ ਨੇ ਵੀ ਬਾਰ-ਬਾਰ ਬੇਨਤੀਆਂ ਕੀਤੀਆਂ ਵੀ ਅੱਜ ਏਕੇ ਦੀ ਲੋੜ ਆ, ਏਕੇ ਦੀ ਲੋੜ ਆ। ਪਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਜਥੇਬੰਦੀਆਂ ਦੇ ਆਗੂਆਂ ਕੋਲ ਇਹੋ ਜਿਹਾ ਕਿਹੜਾ ਫਾਰਮੂਲਾ ਜਿਹੜਾ ਬਿਨਾਂ ਏਕੇ ਕੀਤੇ ਪੰਜਾਬ ਨੂੰ ਬਦਲ ਦੇਣਗੇ। ਜੇ ਕਿਸੇ ਵੀ ਆਗੂ ਕੋਲੇ ਉਹ ਫਾਰਮੂਲਾ ਹੋਵੇ, ਉਹ ਆਪਦੇ ਜਥੇਬੰਦੀ ਦਾ ਫਾਰਮੂਲਾ ਲਾਗੂ ਕਰੇ ਵੀ ਏਕੇ ਦੀ ਕੋਈ ਲੋੜ ਨਹੀਂ, ਬਿਨਾਂ ਏਕੇ ਤੋਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਲਿਆ ਦੇਵਾਂਗੇ। ਤੇ ਸੱਚ ਦੇ ਉੱਤੇ ਬਿਨਾਂ ਸਬੂਤ ਤੋਂ ਕਿਸੇ ਨੂੰ ਭੰਡਣਾ ਕਿਸੇ ਕੋਲੇ ਰਾਈਟ ਨਹੀਂਗਾ। ਤੁਸੀਂ ਕਹਿੰਦੇ ਇਹਨਾਂ ਨੇ ਆਵਾਜ਼ਾਂ ਮਾਰੀਆਂ ਸਟੇਜ ਦੇ ਉੱਤੇ ਵੀ ਏਕਾ ਕਰ ਲਈ, ਤੇ ਉਹਨਾਂ ਨੇ ਕਿਹਾ ਵੀ ਰਾਤ ਨੂੰ ਹਥਿਆਰ ਲੈ ਕੇ ਆਏ ਜੀ, ਕਿਰਪਾਨਾਂ ਲੈ ਕੇ ਆਏ, ਮੰਡੀਰ ਲੈ ਕੇ ਆ ਗਏ, ਕਬਜ਼ਾ ਕਰ ਲਿਆ। ਕਹਿਣ ਦਾ ਕੀ ਆ? ਕਹਿਣ ਨੂੰ ਤਾਂ ਕੁਛ ਵੀ ਕਹਿ ਸਕਦੇ ਆ। ਕਹਿਣ ਨੂੰ ਤਾਂ ਜੋਗਿੰਦਰ ਸਿੰਘ ਜੀ ਅਗਰਾਹਾਂ ਕਈਆਂ ਸਟੇਜਾਂ ਤੋਂ ਬੋਲਿਆ ਵੀ ਸਾਡੇ ਮੁੰਡਿਆਂ ਨੇ ਹਾਕੀਆਂ ਮਾਰੀਆਂ। ਕੀ ਸਬੂਤ ਆ ਉਹਨਾਂ ਕੋਲੇ ਵੀ ਉਹਨਾਂ ਦੀਆਂ ਗੱਡੀਆਂ ਤੇ ਹਾਕੀਆਂ ਮਾਰੀਆਂ? ਠੀਕ ਹੈ ਨਾ। ਸੋ ਇਸ ਕਰਕੇ ਬਿਨਾਂ ਸਬੂਤ ਤੋਂ ਕਿਸੇ ਤੇ ਐਲੀਗੇਸ਼ਨ ਲਾਉਣਾ ਇਹ ਕਿਸੇ ਕੋਲੇ ਰਾਈਟ ਨਹੀਂ। ਅੱਜ ਦੇ ਇਕੱਠ ਦੀ ਮੇਨ ਮੰਗ ਇਹ ਆ, ਜਿਹੜਾ ਵੀ ਬੰਦਾ ਦੀਪ ਸਿੱਧੂ ਦੇ ਕਿਰਦਾਰ ਦੇ ਉਲਟ ਬੋਲਿਆ, ਜਿਹਨੇ ਦੀਪ ਸਿੱਧੂ ਨੂੰ ਭੰਡਿਆ, ਵਿਕਿਆ ਕਿਹਾ, ਏਜੰਸੀ ਦਾ ਬੰਦਾ ਕਿਹਾ, ਜਾਂ ਤਾਂ ਉਹ ਸਬੂਤ ਪੇਸ਼ ਕਰੇ।
ਸਾਡੀ ਮੇਨ ਮੰਗ ਇਹ ਆ। ਲੋਪੋ ਪਿੰਡ ਚੋਂ ਪਹਿਲੀ ਮੰਗ ਇਹ ਉੱਠੀ ਆ ਵੀ ਜਾਂ ਤਾਂ ਉਹ ਕਿਸੇ ਵੀ ਅਹੁਦੇ ਤੇ ਹੋਵੇ, ਕਿਸੇ ਵੀ ਜਥੇਬੰਦੀ ਦਾ ਹੋਵੇ, ਕਿਸੇ ਵੀ ਸਰਕਾਰ ਦਾ ਕੋਈ ਵੀ ਲੀਡਰ ਹੋਵੇ, ਉਹ ਸਾਨੂੰ ਸਬੂਤ ਦੇਵੇ ਵੀ ਦੀਪ ਸਿੱਧੂ ਵਿਕਿਆ ਸੀ ਤੇ ਆਹ ਸਬੂਤ ਨੇ, ਤੇ ਨਹੀਂ ਫਿਰ ਪੂਰੇ ਪੰਜਾਬ ਦੀ ਆਵਾਮ ਤੋਂ ਮਾਫੀ ਮੰਗੇ, ਤੇ ਨਹੀਂ ਤਾਂ ਹਰ ਬੰਦੇ ਦੇ ਉਸ ਦੇ ਜਿਹਨੇ ਦੀਪ ਸਿੱਧੂ ਦੇ ਖਿਲਾਫ ਬੋਲਿਆ ਸੀ ਉਹਦੇ ਪਿੰਡਾਂ ਦੇ ਵਿੱਚ ਅਸੀਂ ਪੁਤਲੇ ਫੂਕਣੇ ਸ਼ੁਰੂ ਕਰਾਂਗੇ ਜੀ। ਬੂਟੇ ਤੁਸੀਂ ਵੀ ਕਿਸਾਨੀ ਅੰਦੋਲਨ 'ਚ ਜਾਂਦੇ ਰਹੇ ਆ, ਆਪਾਂ ਵੀ ਸੀਗੇ ਉੱਥੇ, ਉਦੋਂ ਬੜਾ ਸਾਰਿਆਂ ਦੇ ਲੋਕੀ ਕਿਸਾਨੀ ਨਾਲ ਸੀ, ਕਹਿੰਦੇ ਸੀ ਯਾਰ ਕਿ ਸਵਾਲ ਪੁੱਛਾਂਗੇ, ਘੇਰਾਂਗੇ। ਪਰ ਯਾਰ ਜਦੋਂ ਫਤਿਹ ਹੋ ਗਿਆ, ਪੰਜਾਬ ਦੇ ਵਿੱਚ ਆ ਗਏ, ਫਿਰ ਲੋਕਾਂ ਨੇ ਉਹੀ ਝੰਡੇ ਚੱਕ ਲਏ ਸੀ, ਇੱਥੋਂ ਤੱਕ ਕਿ ਕਮਲ ਦੇ ਫੁੱਲ ਦੇ ਵੀ ਲੱਗੇ ਸੀ ਭਾਜਪਾ ਦੇ। ਤੁਸੀਂ ਕਿਵੇਂ ਦੇਖਦੇ ਹੋ? ਵੱਡੀ ਸੋਚ ਸੀ, ਪੰਜਾਬੀਆਂ ਦਾ ਏਕਾ ਨਹੀਂ ਹੋ ਸਕਦਾ, ਖੜ ਨਹੀਂ ਸਕਦੇ ਕਿਤੇ, ਕਿਵੇਂ ਦੇਖਦੇ ਹੋ? ਘਾਟ ਕਿੱਥੇ ਲੱਗਦੀ, ਲੀਡਰਾਂ 'ਚ ਜਾਂ ਲੋਕਾਂ 'ਚ? ਦੇਖੋ ਜੀ, ਇਹ ਗੱਲ ਇਸ ਤਰ੍ਹਾਂ ਵੀ ਜਿਹੜੇ ਲੋਕ ਨੇ, ਲੋਕ ਆਪਦੀ ਨਿੱਜੀ ਜ਼ਿੰਦਗੀ ਦੇ ਵਿੱਚ ਵਿਚਾਰੇ ਲੱਗੇ ਹੋਏ ਆਪਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਨਿੱਕੇ ਨਿੱਕੇ ਘਰਾਂ ਦੇ ਖਰਚੇ ਨੇ, ਮਹਿੰਗਾਈ ਇੱਥੇ ਇੰਨੀ ਆ ਵੀ ਪੈਟਰੋਲ ਦੀ ਕੀਮਤ 100 ਰੁਪਏ ਤੋਂ ਵੱਧ ਜਿਹੜਾ ਲੀਟਰ ਦਾ ਰੇਟ ਆ, ਸਿਲੰਡਰ 1000 ਰੁਪਿਆ ਪਲੱਸ ਆ ਜੀ। ਆਮ ਬੰਦੇ ਕੋਲੇ ਸੋਚਣ ਦਾ ਟਾਈਮ ਹੀ ਹੈ ਨਹੀਂ, ਸੋਚੂ ਤਾਂ ਨਾ ਜੇ ਉਹਦੇ ਕੋਲੇ ਉਹਨੂੰ ਸੁੱਖ ਦਾ ਸਾਹ ਆਊਗਾ। ਤੇ ਇਹ ਸਰਕਾਰਾਂ ਨੇ, ਇਹਨਾਂ ਏਜੰਸੀਆਂ ਨੇ ਜਾਣ ਬੁੱਝ ਕੇ ਕੁਛ ਕੀਤਾ ਵਾ, ਜਾਣ ਬੁੱਝ ਕੇ ਕਰਕੇ ਲੋਕਾਂ ਦੀ ਵੀ ਇਹ ਗਲਤੀ ਆ, ਲੋਕਾਂ ਨੂੰ ਵੀ ਗਰਾਊਂਡ ਲੈਵਲ ਤੇ ਹੁਣ ਵੋਟਾਂ ਪਈਆਂ ਜੀ, ਵੋਟਾਂ ਪਈਆਂ, ਮੇਰਾ ਵੋਟ ਪਾਉਣ ਦਾ ਕੋਈ ਇਰਾਦਾ ਨਹੀਂ ਸੀ, ਪਰ ਵੀਰ ਦੀਪ ਸਿੱਧੂ ਦੀ ਸ਼ਹਾਦਤ ਦਾ ਆ ਖੂਨ ਦਾ ਰੰਗ ਲੱਗਿਆ ਵਾ। ਜਦੋਂ ਮੈਨੂੰ ਪਤਾ ਲੱਗਿਆ ਸੂਰਮਾ ਮਰਵਾ ਦਿੱਤਾ ਗਿਆ, ਤਾਂ ਮੈਨੂੰ ਲੱਗਿਆ ਵੀ ਜਿਹੜੀ ਉਹਦੀ ਆਖਰੀ ਇੱਛਾ ਸੀ, ਉਹਦੀ ਇੱਛਾ ਪੂਰੀ ਕਰਨ ਲਈ ਮੈਂ ਵੋਟ ਪਾ ਕੇ ਆਇਆ ਤੇ ਲੋਕਾਂ ਨੂੰ ਬੇਨਤੀ ਵੀ ਕੀਤੀ। ਸੋ ਇਸ ਕਰਕੇ ਜਿਹੜੇ ਸਾਡੇ ਆਮ ਲੋਕ ਨੇ ਨਾ, ਇਹ ਆਪਦੀ ਨਿੱਜੀ ਜ਼ਿੰਦਗੀ ਦੇ ਵਿੱਚ ਲੱਗੇ ਹੋਏ ਆ। ਇਹਨਾਂ ਦੇ ਮੋٹے ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਵੀ 4 ਫਰਜ਼ ਹੁੰਦੇ ਆ। ਇੱਕ ਫਰਜ਼ ਹੁੰਦਾ ਸਾਡਾ ਬੱਚਿਆਂ ਪ੍ਰਤੀ, ਇੱਕ ਫਰਜ਼ ਹੁੰਦਾ ਸਾਡਾ ਆਪਦੀ ਸਿਹਤ ਪ੍ਰਤੀ, ਤੇ ਇੱਕ ਫਰਜ਼ ਹੁੰਦਾ ਸਾਡਾ ਸਮਾਜ ਪ੍ਰਤੀ, ਜਿਹੜੇ ਪੂਰੇ ਪੰਜਾਬ ਦੇ 70% ਲੋਕ ਭੁੱਲੇ ਬੈਠੇ ਆ। ਅਸੀਂ ਘਰ ਸਿਰਫ ਆਪਦਾ ਘਰ ਆਪਦੀਆਂ ਕੰਧਾਂ ਦੇ ਅੰਦਰ ਸਮਝਦੇ ਹਾਂ। ਜੇ ਅਸੀਂ ਆਪਦਾ ਘਰ ਪੂਰਾ ਪਿੰਡ ਸਮਝਣ ਲੱਗ ਜਾਈਏ ਤੇ ਪੂਰਾ ਪੰਜਾਬ ਸਮਝਣ ਲੱਗ ਜਾਈਏ, ਆਪਦਾ ਘਰ ਸਾਡਾ ਸਿਰਫ ਇੱਕ ਬੈੱਡਰੂਮ ਹੋਣਾ ਚਾਹੀਦਾ ਵੀ ਅਸੀਂ ਇੱਥੇ ਸੌਣ ਆਉਂਦੇ ਹਾਂ, ਕਿਉਂਕਿ ਪੂਰਾ ਦਿਨ ਆਪਾਂ ਪੂਰੇ ਪਿੰਡ ਦੇ ਵਿੱਚ ਆਪਾਂ ਦੇਖੋ, ਆਪਣੇ ਆਮ ਕਿਸਾਨਾਂ ਦੀ ਗੱਲ ਕਰਦਾ, ਆਪਾਂ 2 ਚੀਜ਼ਾਂ ਘਰ ਚੋਂ ਦਿੰਨੇ ਆ, ਇੱਕ ਕਣਕ ਵੇਚਦੇ ਆ, ਇੱਕ ਝੋਨਾ ਵੇਚਦੇ ਆ, ਜਾਂ 1-2 ਫਸਲਾਂ ਹੋਰ, ਠੀਕ ਹੈ ਨਾ। ਪਰ ਬਾਹਰੋਂ ਕਿੰਨਾ ਕੁਛ ਖਰੀਦਦੇ ਆ, ਘੱਟੋ ਘੱਟ 100 ਚੀਜ਼ ਆ ਜਿਹੜੀ ਸਾਡੀ ਰਸੋਈ ਨਾਲ ਹੀ ਜੁੜੀ ਵੀ ਆ। ਸੋ ਇਸ ਕਰਕੇ ਦੇਣ ਵਾਲੀਆਂ 2 ਚੀਜ਼ਾਂ ਸਾਡੀਆਂ ਵਿਕਦੀਆਂ, ਲੈਣ ਵਾਲੀਆਂ ਅਸੀਂ ਸੈਂਕੜੇ ਚੀਜ਼ਾਂ। ਸੋ ਫਿਰ ਅਸੀਂ ਬਾਹਰ ਨਾਲ ਕਿੰਨਾ ਜੁੜੇ ਹੋਏ ਆ, ਇਹ ਚੀਜ਼ ਨੂੰ ਸਮਝਣਾ ਬੇਹੱਦ ਜ਼ਰੂਰੀ ਆ। ਜਿੰਨਾ ਚਿਰ ਅਸੀਂ ਜਿਵੇਂ ਆਪਦੀਆਂ ਫਸਲਾਂ ਤੇ ਨਿਗਾਹ ਰੱਖਦੇ ਆ, ਆਪਦੇ ਬੱਚਿਆਂ ਤੇ ਨਿਗਾਹ ਰੱਖਦੇ ਆ ਵੀ ਇਹ ਕਿਸੇ ਮਾੜੇ ਕਰਾਹੇ ਰਾਹ ਨਾ ਪੈ ਜਾਣ, ਤੇ ਅਸੀਂ ਪੂਰੇ ਸਮਾਜ ਤੇ ਨਹੀਂ ਨਾ ਨਿਗਾਹ ਰੱਖਦੇ ਵੀ ਇੱਥੋਂ ਦੇ ਮੋਹਤਵਾਰ ਬੰਦੇ, ਚਾਹੇ ਉਹ ਪੰਚਾਇਤੀ ਹੋਣ, ਚਾਹੇ ਉਹ ਚੇਅਰਮੈਨ ਹੋਣ, MLA ਹੋਣ, MP ਹੋਣ, CM ਆ, ਉਹਨਾਂ ਤੇ ਅੱਖ ਨਹੀਂ ਰੱਖਦੇ ਵੀ ਇਹ ਕੀ ਕਰਦੇ ਆ, ਸਾਡੇ ਨਾਲ ਕਿਵੇਂ ਖੇਡਦੇ ਆ। ਜਦੋਂ ਅਸੀਂ ਅੱਖ ਨਹੀਂ ਰੱਖਦੇ, ਉਦੋਂ ਫਿਰ ਇਹੋ ਜਿਹੇ ਅਸੀਂ ਹੀਰੇ ਦੀਪ ਸਿੱਧੂ ਵਰਗੇ ਖੋਹ ਲੈਂਦੇ ਆ। ਆਖਰੀ ਮੇਰਾ ਸਵਾਲ ਆ, ਸਿੱਧਾ ਤੇ ਸਪਸ਼ਟ, ਬਹੁਤ ਲਹਿਰਾਂ ਚੱਲਦੀਆਂ ਨੇ, ਪ੍ਰਾਣ ਵੀ ਲੈਂਦੇ ਨੇ, ਭੁੱਲ ਜਾਂਦੇ ਨੇ, ਕਿ ਤੁਸੀਂ ਜਿਹੜਾ ਹੁਣ ਇਹ ਬੀੜਾ ਚੁੱਕ ਰਹੇ ਹੋ, ਸਾਰੇ ਨੌਜਵਾਨ ਆ, ਇਹ ਇਕੱਲਾ ਆ ਮਾਰਚ ਕਰਕੇ ਖਤਮ ਕਰ ਦਿਓਗੇ ਕਿ ਅੱਗੇ ਵੀ ਸੋਚ ਦੇ ਨਾਲ ਖੜੇ ਰਹੋਗੇ? ਕਿਤੇ ਇਹ ਤਾਂ ਨਹੀਂ ਹੁੰਦਾ ਮੁੜ ਕੇ ਠੋਡੇ ਵੀ ਉਹੀ ਝੰਡੇ ਲਹਿਰਾਉਣ ਲੱਗ ਜਾਣ? ਵੱਡੇ ਬਾਈ, ਗੱਲ ਇਹ ਹੁੰਦੀ ਆ, ਮੈਂ ਜਦੋਂ ਵੀ ਕਿਤੇ ਬੋਲਿਆ ਮੈਂ ਇੱਕ ਗੱਲ ਬੋਲਦਾਗਾ ਵੀ ਕਿਸੇ ਚਿਹਰੇ ਨਾਲ ਨਾ ਜੁੜੋ, ਸੋਚ ਨਾਲ ਜੁੜੋ। ਸੋ ਜੋ ਦੀਪ ਸਿੱਧੂ ਦੀ ਸੋਚ ਸੀ, ਉਹੀ ਸੋਚ ਭਗਤ ਸਿੰਘ ਦੀ ਸੀ, ਉਹੀ ਸੋਚ ਬਾਬਾ ਬੰਦਾ ਸਿੰਘ ਬਹਾਦਰ ਦੀ ਸੀ, ਉਹੀ ਸੋਚ ਹਰੀ ਸਿੰਘ ਨਲੂਆ ਦੀ ਸੀ। ਸੋ ਇਸ ਕਰਕੇ ਇਹ ਸੋਚ ਦੇ ਨਾਲੋਂ ਟੁੱਟਣਾ ਪਾਪ ਹੋਊਗਾ। ਚਿਹਰੇ ਦਾ ਕੋਈ ਚੱਕਰ ਨਹੀਂ ਹੁੰਦਾ। ਮੈਂ ਤਾਂ ਆਪਦੇ ਪਿੰਡ ਦੇ ਲੋਕਾਂ ਨੂੰ ਵੀ ਕਹਿਣਾ ਵੀ ਮੇਰੇ ਤੇ ਵੀ ਵਿਸ਼ਵਾਸ ਨਾ ਕਰਿਓ। ਕੱਲ ਨੂੰ ਮੇਰੇ ਵਰਗੇ ਨੂੰ ਕੋਈ ਕਿਸੇ ਚੀਜ਼ ਦਾ ਲਾਲਚ ਦੇਵੇ, ਪਤਾ ਨਹੀਂ ਕਦੋਂ ਤਿਲਕ ਜੇ। ਅਕਾਲ ਪੁਰਖ ਕਿਰਪਾ ਕਰੇ ਆਖਰੀ ਸਾਹ ਤੱਕ ਆਪਦੇ ਨਗਰ ਦੇ ਨਾਲ ਵਫਾ ਨਿਭਾਵਾਂ। ਪਰ ਮੈਂ ਫਿਰ ਵੀ ਸਾਰਿਆਂ ਨੂੰ ਕਹਿਣਾ ਬਈ ਅੰਨਾ ਵਿਸ਼ਵਾਸ ਕਿਸੇ ਤੇ ਨਾ ਕਰੋ, ਚਕੰਨੇ ਰਹੋ। ਜਿਵੇਂ ਆਪਦੇ ਬੱਚਿਆਂ ਤੇ ਅੱਖ ਰੱਖਦੇ ਹੋ ਨਾ, ਉਸੇ ਤਰ੍ਹਾਂ ਜਿਹੜੇ ਸਮਾਜ ਚਲਾਉਣ ਵਾਲੇ ਲੋਕ ਆ ਉਹਨਾਂ ਤੇ ਅੱਖ ਰੱਖੋ। ਤੇ ਨਿਉ ਜਿਹੜੀ ਪਹਿਲੀ ਪੌੜੀਆਂ ਦੀ ਨਿਉ ਆ ਨਾ, ਪਿੰਡਾਂ ਦੀਆਂ ਪੰਚਾਇਤਾਂ, ਉਹ ਆਪਦੀਆਂ ਜਾਗਦੀਆਂ ਜ਼ਮੀਰ ਵਾਲੇ ਲੋਕਾਂ ਦੀਆਂ ਪੰਚਾਇਤਾਂ ਬਣਾਓ। ਲੋਕੋ ਪੂਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ, ਫਿਰ ਸਾਡੇ ਮਸਲੇ ਹੱਲ ਹੋਣੇ ਆ ਜੀ। ਸੋ ਬਹੁਤ ਜੇ ਦੇਖਿਆ ਜਾਵੇ ਵੱਡੀ ਗੱਲ ਹੈ ਕਿ ਸੋਚ ਦੇ ਨਾਲ ਜੁੜਨ ਦੀ ਗੱਲ ਹੈ। ਸੋ ਅਸੀਂ ਵੀ ਦਰਸ਼ਕਾਂ ਨੂੰ ਕਹਿੰਦੇ ਆ, ਜੇਕਰ ਤੁਸੀਂ ਕੋਈ ਵੀ ਪ੍ਰੋਗਰਾਮ ਕਰਦੇ ਹੋ, ਵਧੀਆ ਸੋਚ ਲੈ ਕੇ ਚੱਲਦੇ ਹੋ, ਜਦੋਂ ਮਰਜ਼ੀ ਸਾਨੂੰ ਕਾਲ ਕਰੋਗੇ, ਅਸੀਂ ਤੁਹਾਡਾ ਜਿੰਨਾ ਬਣਦਾ ਹੋਇਆ, ਸਾਡਾ ਯੋਗਦਾਨ ਹੋਇਆ, ਅਸੀਂ ਪਾਵਾਂਗੇ, ਆਪਦਾ ਰੋਲ ਨਿਭਾਵਾਂਗੇ। ਕਿਉਂਕਿ ਮੀਡੀਆ ਦਾ ਜਿੰਨਾ ਫਰਜ਼ ਬਣਦਾ ਉਹਨੂੰ ਵੀ ਨਿਭਾਉਣਾ ਚਾਹੀਦਾ। ਇਹ ਨਹੀਂ
ਕਿ ਕੱਲੀਆਂ ਪੇਡ ਖਬਰਾਂ ਚਲਾਉਣ ਲਈ ਮੀਡੀਆ ਬਣਦਾ ਹੈ। ਵਧੀਆ ਚੀਜ਼ਾਂ ਵੀ ਦਿਖਾਉਣੀਆਂ ਚਾਹੀਦੀਆਂ ਨੇ। ਸੋ ਅਸੀਂ ਨਾਲ ਹੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵਧੀਆ ਸੋਚ ਦੇ ਨਾਲ ਜੁੜ ਕੇ ਆਖਰ ਤੇ ਬੂਟੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਆਖਰ ਤੇ ਦੀਪ ਸਿੱਧੂ ਤੇਰੀ ਸੋਚ ਤੇ ਦੀਪ ਸਿੱਧੂ ਅਮਰ ਰਹੇ, ਦੀਪ ਸਿੱਧੂ ਤੇਰੀ ਸੋਚ ਤੇ ਦੀਪ ਸਿੱਧੂ ਤੇਰੀ ਸੋਚ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ, ਜਾਗਦੀ ਜ਼ਮੀਰ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਜੇ ਦੇਖਿਆ ਜਾਵੇ ਲੋਕਾਂ ਦੇ ਵਿੱਚ ਜੋਸ਼ ਵੀ ਬਹੁਤ ਹੈ ਤੇ ਭਾਵਕ ਵੀ ਬਹੁਤ ਹੈ। ਹੁਣ ਦੇਖਣਾ ਹੋਵੇਗਾ ਕਿ ਲੋਕ ਅੱਗੇ ਜਿਹੜਾ ਹੈਗਾ ਲਹਿਰ ਨੂੰ ਲੈ ਕੇ ਕਿੰਨਾ ਕੁ ਤੁਰਦੇ ਨੇ, ਕਿੱਦਾਂ ਦੇ ਨਾਲ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਨੇ। ਪਿੰਡਾਂ ਦੇ ਵਿੱਚ ਕੋਈ ਕਮੇਟੀਆਂ ਬਣਦੀਆਂ ਨੇ, ਨੌਜਵਾਨ ਜੁੜਦੇ ਨੇ, ਚੰਗੇ ਰਸਤੇ ਚੱਲਦੇ ਨੇ। ਕਿਉਂਕਿ ਬਹੁਤ NRI ਆ ਨੌਜਵਾਨ ਜਿਹੜੇ ਇੱਥੋਂ ਆਈਲੈਟਸ ਕਰਕੇ ਗਏ ਜਾਂ ਵੈਸੇ ਗਏ। ਵਿਦੇਸ਼ਾਂ ਵਾਲਿਆਂ ਨੂੰ ਬੜਾ ਫਿਕਰ ਰਹਿੰਦਾ ਹੈ। ਜਦੋਂ ਹੀ ਅਸੀਂ ਪਹਿਲੇ ਦਿਨ ਪੋਲਿੰਗ ਬੂਥ ਤੋਂ ਲਾਈਵ ਹੋਏ ਸੀ, ਵੋਟਾਂ ਵਾਲੇ ਦਿਨ ਜਿਹੜਾ ਦੀਪ ਸਿੱਧੂ ਦੇ ਹੱਕ ਦੇ ਵਿੱਚ ਪੋਲਿੰਗ ਬੂਥ ਸਵੇਰੇ ਹੀ ਲੱਗਾ ਸੀ, ਬੜੇ ਨੌਜਵਾਨ ਖੜੇ ਸੀ ਸਾਰੇ ਬੂਥਾਂ ਦੇ ਉੱਤੇ। ਇਹ ਹੱਥਾਂ ਦੇ ਵਿੱਚ ਬੈਨਰ ਲਈ ਖੜੇ ਸੀ, ਵੋਟ ਨੂੰ ਪ੍ਰੇਰਿਤ ਕਰਦੇ ਸੀ। ਪਰ ਨੌਜਵਾਨਾਂ ਦੇ ਵਿੱਚ ਇੰਨੀ ਪਾਵਰ ਸੀ, ਛੋਟੇ ਛੋਟੇ ਬੱਚੇ ਖੜੇ ਸੀ ਜਿਹੜੇ ਆਪਦੇ ਮਾਪਿਓ ਦੀ ਵੋਟ ਕਹਿ ਕੇ ਪਵਾ ਰਹੇ ਸੀ ਕਿ ਐਰਕੀ ਵੋਟ ਹੈ ਜਿਹੜੀ ਦੀਪ ਸਿੱਧੂ ਦੇ ਹੱਕ 'ਚ ਪਾ ਦਿਓ। ਭਾਵੇਂ ਦੂਜੀਆਂ ਪਾਰਟੀਆਂ ਦਾ ਪੈਸੇ ਵੱਲੋਂ ਹਰ ਤਰ੍ਹਾਂ ਦੇ ਨਾਲ ਪੂਰਾ ਜ਼ੋਰ ਲਾਇਆ ਜੀ, ਪਰ ਫਿਰ ਵੀ ਇਸ ਵਾਰ ਨਤੀਜੇ ਕੁਝ ਹੋਰ ਹੋਣਗੇ, ਤਖਤੇ ਪਾਟੇ ਜਾਣਗੇ। ਸੋ ਦੇਖਾਂਗੇ, ਅੱਗੇ ਵੀ ਤੁਹਾਨੂੰ ਅਪਡੇਟ ਦੇਵਾਂਗੇ, ਬਣੇ ਰਹੋ। ਕੈਮਰਾਮੈਨ ਰਮੇਸ਼ ਲੋਪੋ ਦੇ ਨਾਲ ਚਮਕੌਰ ਸਿੰਘ, ਢਾਲੀਵਾਲ, ਮੋਗਾ, ਪਿੰਡ ਲੋਪੋ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।